ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ, ਗਿਆਨ ਸਰੂਪ ਸ਼ਬਦਾ ਅਵਤਾਰ, ਪ੍ਰਗਟ ਗੁਰਾਂ ਕੀ ਦੇਹ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਖੇ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। संत तुम्हारे तुमरे प्रीतम तिनको काल न खाते। अज आपां संत बाबा सुच्चा सिंह जी जो महान तपस्वी, जिन्हां दियां पंथक सेवावां सारे संसार नूं भली प्रकार ज्ञात हैं। सब तो पहला जिन्हां ने सतगुरु श्री गुरु ग्रंथ साहिब जी महाराज अंदर 31 रागां विच जो गुरबाणी है, उन्हां 31 रागां ते आधारित जो कीर्तन की परंपरा है वो आरंभ कीती, जो उस तरह ही होर चढ़दी कला दे नाल चला रहे उन्हां दे स्थान ते संत ਗਿਆਨੀ ਅਮੀਰ ਸਿੰਘ ਜੀ। ਸੋ ਇਸ ਸਮੇਂ ਉਹਨਾਂ ਮਹਾਂਪੁਰਖਾਂ ਨੂੰ ਸ਼ਰਧਾਂਜਲੀ ਦੇਣ ਦੇ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਪਰਮ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ, ਉਹ ਵੀ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬਿਰਾਜਮਾਨ ਹਨ, ਅਤੇ ਸਾਡੇ ਬਜ਼ੁਰਗ विद्वान संत ਗਿਆਨੀ ਵੀਰ ਸਿੰਘ ਜੀ ਮੱਧੋ ਕੇ ਉਹ ਵੀ ਸਾਡੇ ਵਿੱਚ ਹਨ। ਹੋਰ ਵਿਦਵਾਨ ਮਹਾਂਪੁਰਖ ਬਾਬਾ ਬਲਜੀਤ ਸਿੰਘ ਜੀ ਦਾਦੂਵਾਲ ਵਾਲੇ, ਬਾਬਾ ਹਰੀ ਸਿੰਘ ਜੀ ਜੀਰੇ ਵਾਲੇ ਇਤਿਆਦ, ਅਤੇ ਨਿਰਮਲ ਸੰਪਰਦਾਇ ਦੇ ਮਹਾਂਪੁਰਖ ਬਾਬਾ ਦਰਸ਼ਨ ਸਿੰਘ ਜੀ, ਉਹਨਾਂ ਤੋਂ ਆਪਾਂ ਬੜੇ ਹੀ ਮਨੋਹਰ ਵਿਚਾਰ ਸਰਵਣ ਕੀਤੇ ਹਨ। ਸਤਿਗੁਰੂ ਮਹਾਰਾਜ ਨੇ ਫਰਮਾਇਆ ਹੈ, ਰਜ ਗੁਣ ਤਮ ਗੁਣ ਸਤਗੁਣ ਕਹੀਐ, ਇਹ ਤੇਰੀ ਸਭ ਮਾਇਆ, ਚੌਥੇ ਪਦ ਕੋ ਜੋ ਨਰ ਚੀਨੈ, ਤਿਨੀ ਪਰਮ ਪਦ ਪਾਇਆ। ਅਤੇ 35 ਅੱਖਰੀ ਬਾਣੀ ਬਾਹਰ ਹੈ, ਭਾਵੇਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਉਸ ਨੂੰ ਅਸੀਂ ਸ੍ਰੀ ਮੁਖਵਾਕ ਤਾਂ ਨਹੀਂ ਕਹਿ ਸਕਦੇ। ਉੱਥੇ ਵੀ ਜ਼ਿਕਰ ਆਇਆ ਹੈ, ਸੁਪਨ ਸੁਖੋਪਤ ਤੁਰੀਆ ਆਤਮ ਭੂਪਤ ਕੀ ਇਹ ਪੁਰੀਆ। ਜਾਗਰਤ ਸੁਪਨ ਸੁਖੋਪਤ ਤੁਰੀਆ ਆਤਮ ਭੂਪਤ ਕੀ ਇਹ ਪੁਰੀਆ। ਸੋ ਜਿਨ੍ਹਾਂ ਦੀ ਅਵਸਥਾ ਤੁਰੀਆ ਅਵਸਥਾ 'ਤੇ ਪਹੁੰਚ ਗਈ ਹੈ, ਉਹਨਾਂ ਨੂੰ ਸੰਤ ਪਦ ਦੇ ਨਾਲ ਸਤਿਗੁਰੂ ਜੀ ਨੇ ਨਿਵਾਜਿਆ ਹੈ। ਤੀਨ ਵਿਆਪੈ ਜਗਤ ਕੋ ਤੁਰੀਆ ਪਾਵੇ ਕੋਏ, ਨਾਨਕ ਸੰਤ ਨਿਰਮਲ ਭਏ, ਜਿਨ ਮਨ ਵਸਿਆ ਸੋਏ। ਇਹ ਅਵਸਥਾ ਜਿਨ੍ਹਾਂ ਨੇ ਘਾਲਣਾ ਕੀਤੀ, ਕਮਾਈ ਕੀਤੀ, ਬੰਦਗੀ ਕੀਤੀ, ਕਮਾਈ ਵਾਲੇ ਮਹਾਂਪੁਰਖਾਂ ਦੀ ਸੰਗਤ ਕੀਤੀ, ਉਹਨਾਂ ਨੂੰ ਪ੍ਰਾਪਤ ਹੁੰਦੀ ਹੈ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਪਾਰ ਬਖਸ਼ਿਸ਼ ਹੈ। ਜਦੋਂ ਤੋਂ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਤਾ ਗੱਦੀ 'ਤੇ ਬਿਰਾਜਮਾਨ ਕੀਤਾ, ਉਸ ਤੋਂ ਬਾਅਦ ਪਤਾ ਨਹੀਂ ਕਿਤਨੇ ਗੁਰਸਿੱਖਾਂ ਨੂੰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਬ੍ਰਹਮ ਗਿਆਨ ਦੀ ਦਾਤ, ਤੁਰੀਆ ਅਵਸਥਾ ਦੀ ਮਹਾਨ ਬਖਸ਼ਿਸ਼ ਕੀਤੀ ਹੈ। ਅਨੇਕਾਂ ਹੀ ਗੁਰਸਿੱਖ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਆਪਣਾ ਗੁਰੂ ਧਾਰ ਕੇ ਗੁਰਮਤਿ ਅਨੁਸਾਰ ਆਪਣਾ ਜੀਵਨ ਬਤੀਤ ਕਰਦਿਆਂ ਹੋਇਆਂ ਉਹ ਇਸ ਅਵਸਥਾ ਦਾ ਆਨੰਦ ਮਾਣਦੇ ਹਨ, ਅਤੇ ਕਈ ਜਗਿਆਸੂ ਇਸ ਯਤਨ ਦੇ ਵਿੱਚ ਲੱਗੇ ਹੋਏ ਹਨ। ਜਿਹੜੇ ਜਗਿਆਸੂ ਜੁੜੇ ਹੋਏ ਹਨ, ਉਹਨਾਂ ਵਾਸਤੇ ਸਤਿਗੁਰੂ ਜੀ ਦਾ ਇਹ ਹੁਕਮ ਹੈ, ਫਰਮਾਨ ਹੈ ਕਿ ਸਾਨੂੰ ਕਿਵੇਂ ਪਤਾ ਲੱਗੇ
ਅਸੀਂ ਸਾਧਨਾ ਵਿੱਚ ਤਾਂ ਲੱਗੇ ਹੋਏ ਹਾਂ, ਘੰਟਿਆਂ ਬੱਧੀ ਅਭਿਆਸ ਵੀ ਕਰ ਰਹੇ ਹਾਂ, ਬਾਣੀ ਵੀ ਪੜ੍ਹਦੇ ਹਾਂ, ਸੇਵਾ ਵੀ ਕਰਦੇ ਹਾਂ, ਪ੍ਰਚਾਰ ਵੀ ਕਰ ਰਹੇ ਹਾਂ, ਪਰ ਸਾਡੀ ਅਵਸਥਾ ਜਿਹੜੀ ਹੈ ਉਹ ਕਿੱਥੇ ਪਹੁੰਚੀ ਹੈ? ਕੀ ਸਾਨੂੰ ਤੁਰੀਆ ਅਵਸਥਾ ਦੀ ਪ੍ਰਾਪਤੀ ਹੋ ਸਕਦੀ ਹੈ? ਉਹਦੀ ਪਰਖ ਵਾਸਤੇ ਉਹ ਅਸੀਂ ਆਪ ਹੀ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਸਕਦੇ ਹਾਂ। ਸਤਿਗੁਰੂ ਜੀ ਨੇ ਕਸਵੱਟੀ ਦਿੱਤੀ ਹੈ, 10 ਇੰਦਰੀ ਕਰ ਰਾਖੈ ਵਾਸ, ਤਾਕੈ ਆਤਮੈ ਹੋਏ ਪ੍ਰਗਾਸ। ਜਿਹੜਾ ਮਨੁੱਖ 10 ਇੰਦਰੀਆਂ ਨੂੰ, 5 ਗਿਆਨ ਇੰਦਰੇ, 5 ਕਰਮ ਇੰਦਰੇ, ਇਹਨਾਂ ਨੂੰ ਆਪਣੇ ਵਸ ਵਿੱਚ ਕਰ ਲੈਂਦਾ ਹੈ, ਆਪਣੇ ਅਧੀਨ ਕਰ ਲੈਂਦਾ ਹੈ, ਉਸ ਨੂੰ ਆਤਮ ਪ੍ਰਗਾਸ ਜ਼ਰੂਰ ਹੋ ਜਾਏਗਾ। ਇਹ ਸਤਿਗੁਰੂ ਮਹਾਰਾਜ ਦਾ ਫਰਮਾਨ ਹੈ। ਅਸੀਂ ਸਾਰੇ ਹੀ ਸਤਿਗੁਰੂ 'ਤੇ ਸ਼ਰਧਾ ਰੱਖਦੇ ਹਾਂ, ਵਿਸ਼ਵਾਸ ਰੱਖਦੇ ਹਾਂ, ਭਰੋਸਾ ਰੱਖਦੇ ਹਾਂ, ਪਰ ਲਿਖਿਆ ਹੈ ਵੀ ਸਾਨੂੰ ਕਿਵੇਂ ਪਤਾ ਲੱਗੇ ਵੀ ਅਸੀਂ ਗੁਰੂ ਦੇ ਬਹੁਤ ਸ਼ਰਧਾਲੂ ਹਾਂ? ਕਹਿ ਤਾਂ ਅਸੀਂ ਸਾਰੇ ਦਿੰਦੇ ਹਾਂ। ਲਿਖਿਆ ਹੈ, ਸ਼ਰਧਾਵਾਨੰ ਲਭਤੇ ਗਿਆਨੰ, ਤਤ ਪਰਹ ਸੰਤੇਦਰਿਆ ਗਿਆਨ ਲਬਧਵਾ ਪਰਮ ਸ਼ਾਂਤੀ। ਗੀਤਾ ਦੇ ਦੂਸਰੇ ਅਧਿਆਏ ਵਿੱਚ ਜ਼ਿਕਰ ਆਇਆ ਹੈ ਕਿ ਸ਼ਰਧਾਵਾਨ ਪੁਰਖ ਨੂੰ ਗਿਆਨ ਦੀ ਪ੍ਰਾਪਤੀ ਹੁੰਦੀ ਹੈ, ਅਤੇ ਗਿਆਨਵਾਨ ਨੂੰ ਹੀ ਪਰਮ ਸ਼ਾਂਤੀ ਮਿਲਦੀ ਹੈ। ਅਤੇ ਸ਼ਰਧਾਵਾਨ ਦੇ ਲੱਛਣ ਕੀ ਹਨ? ਤਤਪਰਹ ਸੰਜਤੇ ਇੰਦਰੀਆ। ਜੋ ਤਤਪਰ ਹੈ ਇੰਦਰੀਆਂ ਦੇ ਸੰਜਮ ਦੇ ਵਿੱਚ, ਉਸ ਨੂੰ ਸ਼ਰਧਾਵਾਨ ਕਿਹਾ ਹੈ। ਹੁਣ ਇੰਦਰੀਆਂ ਦਾ ਸੰਜਮ ਜਿਹੜੇ ਮਹਾਂਪੁਰਖ ਹਨ, ਵਿਦਵਾਨ ਹਨ, ਸਤਸੰਗੀ, ਉਹਨਾਂ ਨੂੰ ਤਾਂ ਪਤਾ ਹੈ। ਸਤਿਗੁਰੂ ਜੀ ਨੇ ਫਰਮਾਇਆ ਹੈ, ਕਰਨ ਨਾ ਸੁਨੇ ਕਾਹੂ ਕੀ ਨਿੰਦਾ। ਪਰ ਸਾਡਾ ਇਹ ਸੁਭਾਅ ਆਮ ਕਰਕੇ ਹੈ, ਅਭਿਆਸੀਆਂ ਦੀ ਗੱਲ ਤਾਂ ਨਹੀਂ। ਗੁਰਸਿੱਖ ਜੋ ਇਸ ਮਾਰਗ 'ਤੇ ਚੱਲੇ ਹੋਏ ਜਾਂ ਪੁੱਜੇ ਹੋਏ ਤੁਰੀਆ ਅਵਸਥਾ ਨੂੰ ਮਹਾਂਪੁਰਖ, ਉਹਨਾਂ ਦੀ ਤਾਂ ਇਹ ਗੱਲ ਨਹੀਂ ਹੁੰਦੀ। ਪਰ ਆਮ ਜਿਹੜੇ ਅਸੀਂ ਹਾਂ, ਸਾਡਾ ਇਹ ਸੁਭਾਅ ਬਣ ਚੁੱਕਿਆ ਹੈ ਕਿ ਦੂਸਰੇ ਦੀ ਨਿੰਦਿਆ ਹੋਵੇ, ਆਪ ਦੀ ਉਸਤਤ ਹੋਵੇ, ਫਿਰ ਸਾਨੂੰ ਬੜੀ ਖੁਸ਼ੀ ਮਿਲਦੀ ਹੈ। ਜਿਸ ਨੂੰ ਦੂਜੇ ਦੀ ਨਿੰਦਿਆ ਸੁਣ ਕੇ ਰਸ ਆਉਂਦਾ ਹੈ, ਆਪ ਦੀ ਵਡਿਆਈ ਸੁਣ ਕੇ ਖੁਸ਼ੀ ਮਿਲਦੀ ਹੈ, ਉਹ ਬੰਦਾ ਸਮਝ ਲਵੇ ਵੀ ਮੈਨੂੰ ਅਜੇ ਆਤਮਿਕ ਰਸ ਪ੍ਰਾਪਤ ਹੋਣਾ ਬਹੁਤ ਮੁਸ਼ਕਲ ਹੈ, ਬੜੀ ਦੂਰ ਹੈ, ਅਜੇ ਸ਼ੁਰੂਆਤ ਵੀ ਨਹੀਂ ਹੋਈ। ਇਹ ਪਰਖ ਹੈ, ਸਤਿਗੁਰੂ ਜੀ ਨੇ ਦੱਸਿਆ ਹੈ। ਪਰਤ੍ਰਿਆ ਰੂਪ ਨਾ ਪੇਖੈ ਨੇਤਰ। ਇਹ ਸਾਰੀ ਕਸਵੱਟੀ ਹੈ ਵੀ ਅਸੀਂ ਕਿਤਨਾ ਕੁ ਆਪਣੇ ਆਪ 'ਤੇ, ਆਪਣੇ ਇੰਦਰੀਆਂ 'ਤੇ ਕੰਟਰੋਲ ਕਰ ਲਿਆ ਹੈ। ਉਸ ਹਿਸਾਬ ਦੇ ਨਾਲ ਅਸੀਂ ਆਪਣਾ ਹਿਸਾਬ ਲਾ ਸਕਦੇ ਹਾਂ ਵੀ ਅਸੀਂ ਕਿੱਥੇ ਕੁ ਪਹੁੰਚੇ ਹਾਂ, ਜਾਂ ਜੀ ਅਸੀਂ ਸੁਰ ਵਿੱਚ ਹੀ ਹਾਂ, ਤੁਰੇ ਹੀ ਨਹੀਂ ਹਾਂ। ਉਹ ਸਾਨੂੰ ਆਪਣੇ ਆਪ ਨੂੰ ਪਤਾ ਲੱਗ ਸਕਦਾ ਹੈ। ਆਪਣੀ ਪਰਖ ਅਸੀਂ ਆਪ ਕਰ ਸਕਦੇ ਹਾਂ। ਅਤੇ ਸਤਿਗੁਰੂ ਜੀ ਨੇ ਫਰਮਾਇਆ ਵੀ ਹੈ ਵੀ ਜਿਹੜਾ ਮਨੁੱਖ ਆਪਣੀ ਪਰਖ ਨਹੀਂ ਕਰਦਾ, ਆਪਦੇ ਵੱਲ ਝਾਤੀ ਨਹੀਂ ਮਾਰਦਾ, ਉਸ ਨੂੰ ਸੁਖ ਪ੍ਰਾਪਤ ਨਹੀਂ ਹੋ ਸਕਦਾ। ਮਨ ਕੀ ਪੱਤਰੀ ਵਾਚਣੀ, ਸੁਖੀ ਹੂੰ ਸੁਖ ਸਾਰ। ਜਿਹੜਾ ਆਪਦੇ ਮਨ ਦੀ ਪੱਤਰੀ ਨੂੰ ਪੜ੍ਹਦਾ ਹੈ ਰੋਜ਼, ਉਸ ਨੂੰ ਹੀ ਆਤਮਿਕ ਸੁਖ ਪ੍ਰਾਪਤ ਹੋ ਸਕਦਾ ਹੈ। ਪਰ ਸਾਡਾ ਆਮ ਕਰਕੇ ਸੁਭਾਅ ਹੈ, ਅਸੀਂ ਦੂਸਰਿਆਂ ਦੀਆਂ ਪੱਤਰੀਆਂ ਤਾਂ ਪੜ੍ਹਦੇ ਹਾਂ, ਦੂਜਿਆਂ ਦੇ ਗੁਣ ਔਗੁਣ ਤਾਂ ਸਾਨੂੰ ਪਰਖਣੇ ਆਉਂਦੇ ਹਨ, ਪਰ ਆਪਦੇ ਅੰਦਰ ਆਪਦੇ ਮਨ ਦੀ ਪੱਤਰੀ ਅਸੀਂ ਪੜ੍ਹੀ ਨਹੀਂ ਕਦੀ, ਨਾ ਕਦੀ ਯਤਨ ਕੀਤਾ ਹੈ ਪੜ੍ਹਨ ਦਾ। ਸੋ ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹਰ ਪੱਖ ਤੋਂ ਸਾਨੂੰ ਅਗਵਾਈ ਦਿੱਤੀ ਹੈ, ਭਾਵੇਂ ਉਹ ਅਧਿਆਤਮਿਕ ਹੋਵੇ, ਭਾਵੇਂ ਉਹ ਰਾਜਨੀਤਿਕ ਹੋਵੇ, ਭਾਵੇਂ ਉਹ ਸਮਾਜਿਕ ਹੋਵੇ, ਕਿਉਂਕਿ ਸਮਰੱਥ ਗੁਰੂ ਹਨ। ਅਤੇ ਐਸਾ ਕੋਈ ਵੀ ਪ੍ਰਸ਼ਨ ਨਹੀਂ ਹੈ ਜਿਹਦਾ ਜਵਾਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਨਾ ਹੋਵੇ। ਐਸੀ ਕੋਈ ਸਮੱਸਿਆ ਨਹੀਂ ਹੈ ਜਿਹਦਾ ਹੱਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਕੋਲ ਨਾ ਹੋਵੇ। ਪਰ ਲੋੜ ਹੈ ਪ੍ਰਤੀਤ ਭਰੋਸੇ ਦੇ ਸਹਿਤ
ਗੁਰੂ ਦੀ ਸ਼ਰਨ ਵਿੱਚ ਆਉਣ ਦੀ। ਅਤੇ ਸਤਿਗੁਰੂ ਮਹਾਰਾਜ ਤਾਂ ਸਦਾ ਹੀ ਦਿਆਲੂ ਹਨ। ਉਹ ਸਾਰੀਆਂ ਬਖਸ਼ਾਂ ਕਰਨ ਵਾਲੇ ਸਮਰੱਥ ਹਨ, ਸਰਬ ਸ਼ਕਤੀਮਾਨ ਹਨ। ਸੋ ਐਸੇ ਮਹਾਂਪੁਰਖ ਜਿਨ੍ਹਾਂ ਨੂੰ ਦਾਸ ਤਕਰੀਬਨ ਸੰਨ 75 ਤੋਂ ਲੈ ਕੇ ਪਹਿਲੀ ਵਾਰ ਮੇਲ ਹੋਇਆ ਤਖਤ ਸ੍ਰੀ ਸੱਚਖੰਡ ਹਜ਼ੂਰ ਸਾਹਿਬ। ਦਾਸ ਦਾ ਕੁਦਰਤੀ ਸਤਿਗੁਰੂ ਮਹਾਰਾਜ ਦੀ ਬਖਸ਼ਿਸ਼ ਉਦੋਂ ਐਸਾ ਬਣਿਆ ਸੀ ਵੀ ਜਿਤਨਾ ਸਮਾਂ ਹੋਵੇ ਹਜ਼ੂਰ ਸਾਹਿਬ ਉੱਥੇ ਜਾ ਕੇ, ਉਦੋਂ ਕਮਰੇ ਵੀ ਬੜੇ ਆਰਾਮ ਨਾਲ ਮਿਲ ਜਾਂਦੇ, ਭਾਵੇਂ ਤੁਸੀਂ 2-2 ਮਹੀਨੇ ਰਹੋ, ਕੋਈ ਪੁੱਛਦਾ ਨਹੀਂ ਸੀ। ਸੋ ਜਿਤਨਾ ਸਮਾਂ ਉੱਥੇ ਸਤਿਗੁਰੂ ਜੀ ਬਖਸ਼ਦੇ। ਸੋ ਦੱਸਿਆ ਭਾਈ ਬਖਸ਼ੀਸ਼ ਸਿੰਘ ਜੀ ਅਜੇ ਉਦੋਂ ਲੱਗੇ ਹੀ ਸਨ ਉੱਥੇ ਗ੍ਰੰਥੀ ਦੀ ਸੇਵਾ 'ਤੇ। ਉਹ ਕਹਿਣ ਲੱਗੇ ਵੀ ਇੱਕ ਮਹਾਂਪੁਰਖ ਆਏ ਹਨ, ਉਹ ਬੜੀ ਬੰਦਗੀ ਬੜੀ ਤਪੱਸਿਆ ਕਰਦੇ ਹਨ, ਬੜਾ ਅਭਿਆਸ ਹੈ ਉਹਨਾਂ ਦਾ। ਤੋ ਦਾਸ ਮਿਲਿਆ, ਫਿਰ ਰੋਜ਼ ਹੀ ਮਿਲਣ ਦਾ ਸਮਾਂ ਮਿਲਦਾ ਰਿਹਾ, ਬਹੁਤ ਪਿਆਰ ਹੋ ਗਿਆ। ਸੋ ਉਦੋਂ ਤੋਂ ਲੈ ਕਰਕੇ ਫਿਰ ਐਸਾ ਪਿਆਰ ਬਣਿਆ, ਐਸੀ ਸਾਂਝ ਬਣੀ ਕਿ ਅਖੀਰ ਤੱਕ ਮਹਾਂਪੁਰਸ਼ਾਂ ਦੇ ਸਰੀਰ ਤਿਆਗਣ ਤੋਂ ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਅੰਤਰਾਤਮੇ ਐਸੀ ਉਹਨਾਂ ਨੇ ਖਿੱਚ ਪਾਈ ਵੀ ਫੋਨ 'ਤੇ ਵੀ ਪਹਿਲਾਂ 1-2 ਵਾਰ ਬਚਨ ਹੋਏ ਵੀ ਤੁਸੀਂ ਸਾਨੂੰ ਮਿਲਣ ਨਹੀਂ ਆ ਰਹੇ, ਬਹੁਤ ਲੇਟ ਹੋ ਰਿਹਾ ਹੈ, ਛੇਤੀ ਆਓ। ਦਾਸ ਨੂੰ ਸਮਝ ਆ ਗਈ ਵੀ ਗੱਲ ਕੁਝ ਹੋਰ ਹੈ। ਜੋਲੀ ਸਾਹਿਬ ਬੈਠੇ ਹੋਏ ਹਨ। ਇੱਕ ਵਾਰ ਇਹਨਾਂ ਨੇ ਹੀ ਸ਼੍ਰੋਮਣੀ ਕਮੇਟੀ ਦਫ਼ਤਰ ਵਿੱਚ ਉਹਨਾਂ ਨਾਲ ਬਚਨ ਕਰਾਏ ਸਨ, ਉਸ ਤੋਂ ਬਾਅਦ ਵੀ ਬਚਨ ਹੋਏ। ਸੋ ਇੱਕ ਵਾਰ ਫਿਰ ਐਸੀ ਖਿੱਚ ਹੋਈ, ਰਾਤ ਨੂੰ 1 ਵਜੇ ਇਸ ਸਥਾਨ 'ਤੇ ਪਹੁੰਚੇ ਅਤੇ ਮਹਾਂਪੁਰਸ਼ ਉਦੋਂ ਬੈਠੇ ਹੋਏ ਸਨ। 2-3 ਘੰਟੇ ਬਚਨ ਵਿਲਾਸ ਉਹਨਾਂ ਨਾਲ ਹੋਏ। ਬਹੁਤ ਉਹਨਾਂ ਨੇ ਬਚਨ ਕੀਤੇ ਇਕਾਂਤ ਵਿੱਚ ਬੈਠ ਕੇ ਵੀ। ਸੋ ਐਸੇ ਬਹੁਤ ਹੀ ਪਿਆਰੇ, ਬਹੁਤ ਹੀ ਪਿਆਰ ਵਾਲੇ ਮਹਾਂਪੁਰਖ ਜਿਨ੍ਹਾਂ ਨੂੰ ਸਤਿਗੁਰੂ ਨੇ ਆਤਮ ਪ੍ਰਕਾਸ਼ ਦੀ ਬਖਸ਼ਿਸ਼ ਕੀਤੀ ਸੀ। ਅਤੇ ਸ਼ਬਦ ਗੁਰੂ ਦੀ ਵਿਆਖਿਆ ਉਹ ਬਹੁਤ ਹੀ ਸੁੰਦਰ ਢੰਗ ਦੇ ਨਾਲ ਕਰਦੇ ਸਨ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਮਹਿਮਾ ਬਾਰੇ ਬਹੁਤ ਵਧੀਆ, ਬਹੁਤ ਸੁੰਦਰ ਅਤੇ ਬਹੁਤ ਵਿਦਵਤਾ ਭਰਪੂਰ ਉਹਨਾਂ ਦੇ ਵਿਚਾਰ ਸਨ, ਕਿਉਂਕਿ ਉਹਨਾਂ ਨੇ ਸ਼ਬਦ ਗੁਰੂ ਦੀ ਅਗਵਾਈ ਦੇ ਵਿੱਚ ਸ਼ਬਦ ਦੀ ਕਮਾਈ ਕੀਤੀ, ਨਾਮ ਦੀ ਕਮਾਈ ਕੀਤੀ। ਜਨਮ ਮਰਨ ਦੋਹੂ ਮੈਂ ਨਾਹੀ, ਜਨ ਪਰਉਪਕਾਰੀ ਆਏ। ਐਸੇ ਮਹਾਂਪੁਰਖ ਤੁਰੋਂ ਹੀ ਪਰਉਪਕਾਰ ਵਾਸਤੇ ਆਉਂਦੇ ਹਨ। ਜਨਮ ਅਤੇ ਮਰਨ ਦੇ ਉਹ ਬੰਧਨਾਂ ਦੇ ਵਿੱਚ ਨਹੀਂ ਹੁੰਦੇ। ਉਹਨਾਂ ਦਾ ਸਾਰਾ ਜੀਵਨ ਹੀ ਪਰਉਪਕਾਰ ਵਾਸਤੇ ਹੁੰਦਾ ਹੈ, ਗੁਰੂ ਨੂੰ ਸਮਰਪਿਤ ਹੁੰਦਾ ਹੈ। ਉਹ ਸੰਸਾਰ ਨੂੰ ਜੀਵਨ ਦਾਨ ਬਖਸ਼ਦੇ ਹਨ। ਜੀਵਨ ਦਾਨ ਕੀ ਹੈ? ਸੋ ਜੀਵਿਆ ਜਿਸ ਮਨ ਵਸਿਆ, ਸੋਏ ਨਾਨਕ ਅਵਰ ਨਾ ਜੀਵੇ ਕੋਈ। ਜੋ ਪ੍ਰਭੂ ਦਾ ਸਿਮਰਨ ਕਰਦੇ ਹਨ, ਜੋ ਬੰਦਗੀ ਕਰਦੇ ਹਨ, ਉਹਨਾਂ ਦਾ ਹੀ ਜਿਉਣਾ ਹੈ ਸੰਸਾਰ 'ਤੇ। ਨਹੀਂ ਤਾਂ ਸਤਿਗੁਰੂ ਜੀ ਨੇ ਫਰਮਾਇਆ ਹੈ, ਮਿਰਤ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ। ਜੇ ਪ੍ਰਭੂ ਦੇ ਨਾਲ ਪਿਆਰ ਨਹੀਂ ਹੈ, ਉਹ ਤਾਂ ਇਉਂ ਸਮਝ ਲਓ ਕਿ ਇੱਕ ਲਾਸ਼ ਹੀ ਤੁਰੀ ਫਿਰਦੀ ਹੈ। ਸੋ ਐਸੇ ਮਹਾਂਪੁਰਖ ਜੋ ਜੀਵਨ ਦਾਨ ਦਿੰਦੇ ਹਨ ਸੰਸਾਰ ਨੂੰ, ਜਿਨ੍ਹਾਂ ਨੇ ਆਪ ਕਮਾਈ ਕੀਤੀ ਹੈ, ਉਹਨਾਂ ਦੀ ਗੱਲ ਦਾ ਹੀ ਪ੍ਰਭਾਵ ਹੁੰਦਾ ਹੈ, ਅਸਰ ਹੁੰਦਾ ਹੈ। ਸਤਿਗੁਰੂ ਜੀ ਨੇ ਫਰਮਾਇਆ ਵੀ ਹੈ, ਆਪ ਕਮਾਓ ਅਵਰਾ ਉਪਦੇਸ਼, ਰਾਮ ਨਾਮ ਹਿਰਦੈ ਪ੍ਰਵੇਸ਼। ਜਦੋਂ ਆਪ ਕਮਾਓਗੇ, ਪਰਮਾਤਮਾ ਦਾ ਨਾਮ ਤੁਹਾਡੇ ਹਿਰਦੇ ਅੰਦਰ ਪ੍ਰਵੇਸ਼ ਕਰ ਜਾਏਗਾ, ਵਸ ਜਾਏਗਾ। ਫਿਰ ਤੁਸੀਂ ਕਿਸੇ ਨੂੰ ਨਾਮ ਦੀ ਪ੍ਰੇਰਨਾ ਦਿਓਗੇ, ਜਿਸ ਨੂੰ ਵੀ ਪ੍ਰੇਰਨਾ ਦਿਓਗੇ ਉਹ ਜੁੜ ਜਾਏਗਾ। ਸੋ ਐਸੇ ਜੁੜੇ ਹੋਏ ਮਹਾਂਪੁਰਖ ਉਹ ਜੀਵਨ ਦਾਨ ਦਿੰਦੇ ਹਨ ਸੰਸਾਰ ਨੂੰ, ਜੋੜਦੇ ਹਨ ਸਿਮਰਨ ਦੇ ਨਾਲ ਅਤੇ ਭਗਤੀ ਦੇ ਨਾਲ ਜੋੜਦੇ ਹੋਏ ਫਿਰ ਵੀ ਉਹ ਸਾਥ ਨਹੀਂ ਛੱਡਦੇ। ਸੱਜਣ ਸਹੀ ਨਾਲ ਮੈਂ ਚਲਦਿਆਂ ਨਾਲ ਚਲਨ, ਜਿੱਥੈ ਲੇਖਾ ਮੰਗੀਐ ਤਿੱਥੈ ਖੜੇ ਦਿਸਨ। ਉਹ ਫਿਰ ਹਰ ਸਿਉ ਲੈਣ ਮਿਲਾਏ, ਵਾਹਿਗੁਰੂ ਦੇ ਨਾਲ ਉਹ ਮਿਲਾ ਦੇਣ ਵਾਲੇ ਐਸੇ ਮਹਾਨ ਪਵਿੱਤਰ ਆਤਮਾ ਮਹਾਂਪੁਰਖ ਆਪਾਂ ਉਹਨਾਂ ਦੀ ਯਾਦ ਦੇ ਵਿੱਚ ਜੁੜੇ ਹੋਏ ਹਾਂ। ਸਾਨੂੰ ਵੀ ਉਹਨਾਂ ਦੇ ਜੀਵਨ ਤੋਂ ਜੋ ਜੀਵਨ ਦੀ ਜਾਂਚ ਹੈ ਉਹ ਪ੍ਰਾਪਤ ਹੋਵੇ।
ਇਹੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਅਰਦਾਸ ਹੈ। ਸੋ ਸਮਾਂ ਇਜਾਜ਼ਤ ਨਹੀਂ ਦਿੰਦਾ। ਸਾਡੇ ਕੋਲ ਹੋਰ ਵੀ ਮਹਾਂਪੁਰਖ ਬੈਠੇ ਹੋਏ ਹਨ। ਅਲਹੌਰਾਂ ਵਾਲੇ ਮਹਾਂਪੁਰਖ ਸੰਤ ਬਾਬਾ ਕਸ਼ਮੀਰਾ ਸਿੰਘ ਜੀ ਉਹ ਵੀ ਹਨ। ਸੋ ਹੋਰ ਵੀ ਮਹਾਤਮਾ ਸ਼ਾਇਦ ਸਾਰਿਆਂ ਦੇ ਨਾਮ ਦਾਸ ਨੂੰ ਨਾ ਯਾਦ ਹੋ ਸਕਣ। ਸੋ ਹੁਣ ਅਗਲੀ ਜੋ ਵਿਚਾਰ ਹੈ ਉਹ ਆਪਾਂ ਸਟੇਜ ਸਕੱਤਰ ਉਹਨਾਂ ਪਾਸੋਂ ਸਰਵਣ ਕਰੀਏ। ਧੰਨਵਾਦ ਹੈ ਸੰਤ ਗਿਆਨੀ ਅਮੀਰ ਸਿੰਘ ਜੀ ਦਾ ਜੋ ਸਤਿਗੁਰੂ ਦਸ਼ਮੇਸ਼ ਪਿਤਾ ਜੀ ਦੇ ਪਾਵਨ ਸਥਾਨ ਦਾ ਕੂਕਰ ਜਾਣ ਕੇ, ਸੇਵਾਦਾਰ ਜਾਣ ਕੇ ਸਮੇਂ ਸਮੇਂ ਅਨੁਸਾਰ ਯਾਦ ਕਰ ਲੈਂਦੇ ਹਨ। ਸੋ ਦਾਸ ਨੂੰ ਹਾਜ਼ਰੀ ਲਾਉਣ ਦਾ ਅਤੇ ਨਾਲ ਪੰਥ ਦੀਆਂ ਮਹਾਨ ਸ਼ਖਸੀਅਤਾਂ, ਮਹਾਂਪੁਰਖਾਂ ਦਾ, ਵਿਦਵਾਨਾਂ ਦਾ, ਗੁਰਸਿੱਖਾਂ ਦਾ ਮਿਲਾਪ ਉਹ ਵੀ ਹੋ ਜਾਂਦਾ ਹੈ। ਹਨ ਭੁੱਲਾਂ ਗਲਤੀਆਂ ਦੀ ਖਿਮਾ। ਫਤਿਹ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।